ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਹਰ ਵਾਰ ਦੀ ਤਰ੍ਹਾਂ ਅੱਜ ਫੇਰ ਅਸੀਂ ਕਿਸਾਨ ਮੁੱਦਿਆਂ 'ਤੇ ਗੱਲ ਕਰਾਂਗੇ। ਜਿਹੜੀ ਗੱਲ ਅੜੀ ਹੋਈ ਹੈ ਉਹ ਉੱਥੇ ਹੀ ਖੜੀ ਹੈ। ਅੱਜ 8ਵਾਂ ਗੇੜ ਚੱਲ ਰਿਹਾ ਹੈ ਇਸ ਵੇਲੇ, ਅਤੇ ਹੁਣ ਇਸ ਵੇਲੇ ਲੰਚ ਟਾਈਮ ਹੋਇਆ, ਕਹਿੰਦੇ ਰੋਟੀ ਪਾਣੀ ਖਾ ਰਹੇ ਨੇ। ਕੱਲ੍ਹ ਗੱਲਬਾਤ ਤੋਂ ਪਹਿਲਾਂ ਖੇਤੀ ਮੰਤਰੀ ਨੇ ਕਿਹਾ ਵੀ ਕਿ ਖੇਤੀ ਕਾਨੂੰਨਾਂ ਤੋਂ ਇਲਾਵਾ ਕਿਸੇ ਵੀ ਮੁੱਦੇ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤਾਂ ਇਹਦਾ ਮਤਲਬ ਤਾਂ ਇਹ ਸੀ ਵੀ ਸਰਕਾਰ ਆਪਣੇ ਜਿਹੜਾ ਫੈਸਲਾ ਲਿਆ ਉਹ ਤੋਂ ਪਿੱਛੇ ਨਹੀਂ ਹਟ ਰਹੀ। ਹੁਣ ਅੱਜ ਦੀ ਗੱਲ ਦਾ ਕੋਈ ਨਤੀਜਾ ਨਿਕਲੂਗਾ ਜਾਂ ਅਗਲੀ ਮੀਟਿੰਗ ਲਈ ਫੇਰ ਦਿਨ ਤੈਅ ਕੀਤਾ ਜਾਊਗਾ, ਉਹੀ ਗੇੜ ਚੱਲਦਾ ਰਹੂਗਾ। ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਜੀ, ਜਿਵੇਂ ਹੁਣ ਮੈਂ ਕਿਹਾ ਹੀ ਹੈ ਵੀ ਅੱਜ ਦੀ ਗੱਲਬਾਤ ਤੋਂ ਕੀ ਆਸ ਲੱਗਦੀ? ਵੈਸੇ ਤਾਂ ਇਹ ਹੁੰਦਾ ਕਿ ਜਦੋਂ ਦੀ ਵੀ ਗੱਲਬਾਤ ਹੁੰਦੀ ਹੈ ਸਾਰੇ ਅੱਧ ਬੰਨੇ ਮਨ ਨਾਲ ਸਭ ਨੂੰ ਪਤਾ ਹੀ ਹੁੰਦਾ ਹੈ। ਕਿਸਾਨ ਆਗੂ ਵੀ ਇਹੀ ਕਹਿ ਕੇ ਜਾਂਦੇ ਨੇ ਵੀ ਯਾਰ ਪਤਾ ਨਹੀਂ ਹੈ, ਹੋਣਾ ਨਹੀਂ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਚੱਲਿਆ ਜਾ ਰਿਹਾ ਹੈ ਗੱਲ, ਔਰ ਜਿਵੇਂ ਬਾਰ-ਬਾਰ ਜਿਹੜੀ ਗਵਰਨਮੈਂਟ ਆਫ ਇੰਡੀਆ ਇਹ ਕਹਿ ਰਹੀ ਹੈ ਕਿ ਕਾਨੂੰਨ ਵਾਪਸ ਲੈਣ ਤੋਂ ਬਿਨਾਂ ਜੋ ਮਰਜ਼ੀ ਕਰਾ ਲਓ, ਇਹਦੇ ਤੋਂ ਇੱਕ ਅੜੀ ਦਿਖਾਈ ਦਿੰਦੀ ਹੈ। ਹੁਣ ਜਿੰਨੇ ਵੀ ਉੱਥੇ ਲੋਕ ਬੈਠੇ ਨੇ ਤੇ ਅੰਦੋਲਨ ਕਰ ਰਹੇ ਨੇ, 3 ਮਹੀਨਿਆਂ ਤੋਂ ਤਾਂ ਜ਼ਿਆਦਾ ਸਮਾਂ ਹੋ ਚੁੱਕਿਆ, 1.25 ਮਹੀਨੇ ਤੋਂ ਜ਼ਿਆਦਾ ਸਮਾਂ ਤਾਂ ਦਿੱਲੀ ਬੈਠੇ ਹੋ ਚੁੱਕੇ ਆ ਇੰਨੀ ਠੰਡ 'ਚ। ਉਹ ਕਹਿੰਦੇ ਨੇ ਵੀ ਸਾਡਾ ਮਤਲਬ ਹੈ ਕਿ ਕਾਨੂੰਨ ਵਾਪਸੀ ਤੋਂ ਬਿਨਾਂ ਸਾਡਾ ਨਹੀਂ ਸਰਦਾ, ਤੇ ਇਹ ਨਹੀਂ ਹੈ। ਹੁਣ ਕਈ ਸੱਜਣ ਇਹ ਵੀ ਨੇ, ਇਹੋ ਜਿਹਾ ਵੀ ਇੱਕ ਪ੍ਰਪੋਜ਼ਲਾਂ ਆ ਰਹੀਆਂ ਨੇ ਕਿ ਸਮਝੌਤਾ ਤਾਂ ਵਿੱਚ ਵਿਚਾਲੇ ਹੀ ਹੁੰਦਾ ਹੈ ਜੀ, ਮਾੜਾ ਮੋਟਾ ਤਾਂ ਲੈ ਦੇ ਕਰਨਾ ਪੈਂਦਾ, ਗਿਵ ਐਂਡ ਟੇਕ ਹੁੰਦਾ ਹੈ, ਤੇ ਇਸ ਲਈ ਜਿੱਦ ਨਹੀਂ ਕਰਨੀ ਚਾਹੀਦੀ। ਦੇਖਣ ਦਾ ਸਵਾਲ ਇਹ ਹੈ ਵੀ ਕੀ ਸਮਝੌਤੇ ਗਿਵ ਐਂਡ ਟੇਕ ਵਿੱਚ ਹੀ ਹੁੰਦੇ ਨੇ ਹਮੇਸ਼ਾ? ਪਹਿਲੀ ਗੱਲ ਇਹ ਹੈ ਕਿ ਦੇਸ਼ ਸੰਵਿਧਾਨ ਨਾਲ ਚੱਲਦਾ ਹੈ, ਕਾਨੂੰਨ ਨਾਲ ਚੱਲਦਾ ਹੈ, ਜਾਂ ਸਮਝੌਤਿਆਂ ਨਾਲ ਚੱਲਦਾ ਹੈ। ਜੇ ਦੇਸ਼ ਕਾਨੂੰਨ ਨਾਲ ਚੱਲਦਾ ਹੈ, ਸੰਵਿਧਾਨ ਨਾਲ ਚੱਲਦਾ ਹੈ, ਤਾਂ ਗੌਰਮੈਂਟ 'ਤੇ ਇੱਕ ਇਲਜ਼ਾਮ ਇਹ ਲਾਇਆ ਜਾ ਰਿਹਾ ਹੈ ਜਿਹੜੇ ਕਿਸਾਨ ਧਿਰ ਵੱਲੋਂ ਕਿ ਤੁਸੀਂ ਸੰਵਿਧਾਨਕ ਤੌਰ 'ਤੇ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਦਖਲ ਦੇ ਕੇ ਜਿਹੜਾ ਕਾਨੂੰਨ ਬਣਾਇਆ ਹੈ ਉਹ ਗੈਰ ਸੰਵਿਧਾਨਕ ਹੈ, ਤੁਹਾਨੂੰ ਇਹ ਹੱਕ ਨਹੀਂ ਹੈ। ਫਿਰ ਤਾਂ ਫੈਸਲਾ ਕਾਨੂੰਨੀ ਹੋਣਾ ਚਾਹੀਦਾ ਕਿ ਤੁਸੀਂ ਜਾਂ ਤਾਂ ਇਹ ਸਾਬਤ ਕਰੋ ਕਿ ਨਹੀਂ ਅਸੀਂ ਨਹੀਂ ਬਣਾਇਆ। ਇਹੀ ਖੇਤੀ ਮੰਤਰੀ ਵਿੱਚ ਦੀ ਕਹਿ ਚੁੱਕੇ ਨੇ ਕਿ ਅਸੀਂ ਤਾਂ ਖੇਤੀ 'ਤੇ ਕਾਨੂੰਨ ਹੀ ਨਹੀਂ ਬਣਾਇਆ, ਅਸੀਂ ਤਾਂ ਬਣਾਇਆ ਹੀ ਜਿਹੜਾ ਵਣਜ ਤੇ ਵਪਾਰ ਦੇ ਮਾਮਲੇ ਦੇ ਵਿੱਚ ਹੈ, ਉਹ ਜਿਹੜੇ ਐਂਟਰੀ 33 ਹੈ, ਉਹ ਫੂਡ ਸਟੱਫ 'ਤੇ ਕਾਨੂੰਨ ਬਣਾਉਣ ਦਾ ਰਾਈਟ ਉਹਦਾ ਕਹਿ ਰਹੀ ਹੈ। ਅਤੇ ਫੈਸਲਾ ਉਹ ਪ੍ਰਭਾਵਿਤ ਸਾਰੀ ਖੇਤੀ ਨੂੰ ਕਰ ਰਿਹਾ ਤੁਹਾਡਾ ਜਿਹੜੇ ਤਰੀਕੇ ਦਾ ਕਾਨੂੰਨ ਹੈ, ਤਾਂ ਫਿਰ ਇਹਦਾ ਫੈਸਲਾ ਇਹ ਹੁੰਦਾ। ਕੱਲ੍ਹ ਨੂੰ ਫਿਰ ਲੋਕ ਇਹ ਕਹਿਣ ਲੱਗ ਜਾਣਗੇ, ਜੇਕਰ ਇਹ ਰਿਵਾਜ ਹੈ ਕਿ ਕੋਈ ਜਿਹੜੇ ਗਿਵ ਐਂਡ ਟੇਕ ਹੁੰਦੇ ਨੇ ਉਹ ਸਮਾਜਿਕ ਸਮਝੌਤਿਆਂ ਦਾ ਹੁੰਦਾ, ਲੈਣ ਦੇ ਕੇ ਚਲੋ ਕਰ ਲਓ, ਕੋਈ ਜਾਇਦਾਦ ਦਾ ਰੌਲਾ ਹੋਵੇ ਲੈ ਦੇ ਕੇ ਕਰ ਲਓ, ਘਾਟਾ ਵਾਧਾ ਸਹਿਣ ਕਰ ਲਓ, ਇਹ ਘਾਟੇ ਵਾਧੇ ਹੁੰਦੇ ਨੇ। ਇੱਕ ਹੈ ਕਿ ਹੱਦਾਂ ਬੰਨੇ ਕੋਈ ਪ੍ਰਿੰਸੀਪਲ ਦੇ ਸਵਾਲ ਹੁੰਦੇ ਨੇ, ਅਸੂਲਾਂ ਦੇ ਸਵਾਲ ਘਾਟੇ ਵਾਧਿਆਂ ਨਾਲ ਨਹੀਂ ਮੇਰਾ ਖਿਆਲ ਹੁੰਦੇ। ਉਹ ਕਹਿੰਦਾ ਵੀ ਮੰਨ ਲਓ ਕਿਸੇ ਬੰਦੇ ਨੇ ਕਤਲ ਕੀਤਾ, ਉਹਨੂੰ ਕਹੇ ਵੀ ਸਜ਼ਾ ਯਾਰ ਇੰਨੀ ਹੋਈ ਹੈ, ਉਮਰ ਕੈਦ ਚੱਲ ਸੌਦਾ ਸੂਦਾ ਕਰਕੇ 20 ਸਾਲ ਕਰਾ ਲਓ, 10 ਸਾਲ ਕਰਾ ਲਓ, ਐ ਨਹੀਂ ਨਾ ਦੇਸ਼ ਚੱਲਦੇ। ਇਸ ਕਰਕੇ ਗੌਰਮੈਂਟ ਆਫ ਇੰਡੀਆ ਨੂੰ ਉਹਦੀ ਜ਼ਿੰਮੇਵਾਰੀ ਹੈ ਸੰਵਿਧਾਨ ਦੀ ਪਾਲਣਾ ਕਰਨਾ, ਉਹਦੀ ਜ਼ਿੰਮੇਵਾਰੀ ਹੈ ਇੰਟਰਨੈਸ਼ਨਲ ਸਮਝੌਤਿਆਂ ਦੀ ਪਾਲਣਾ ਕਰਨਾ। ਪਹਿਲਾ ਜਿਹੜਾ ਵੱਡਾ ਐਲੀਗੇਸ਼ਨ ਇਹ ਲੱਗਿਆ ਸੀ ਕਿ ਤੁਸੀਂ ਕਰੋਨਾ 'ਚ ਕਿਉਂ ਕੀਤਾ, ਕਿਉਂਕਿ ਬਾਕੀ ਲੋਕਾਂ ਨਾਲ ਤੁਸੀਂ ਗੱਲ ਨਹੀਂ ਕੀਤੀ, ਧੱਕੇ ਨਾਲ ਕੀਤਾ। ਔਰ UNO ਦੇ ਉਸ ਰੈਜੂਲੇਸ਼ਨ ਦੇ ਤੁਸੀਂ ਹਿੱਸੇਦਾਰ ਹੋ ਜਿਹਦੇ ਦਸਤਖਤ ਕੀਤੀ ਹੈ 18 ਦਸੰਬਰ ਜਿਹੜਾ 2018 ਦਾ ਰੈਜੂਲੇਸ਼ਨ ਹੈ, ਵੀ ਖਾਸ ਤੌਰ 'ਤੇ ਕਿਸਾਨੀ ਦੇ ਖੇਤਰ 'ਚ ਕੋਈ ਵੀ ਸਰਕਾਰ ਜਿਹੜੀ ਇਹਦੀ ਮੈਂਬਰ ਹੈ, ਜੇ ਉਹਨੇ ਕੁਝ ਵੀ ਨਵਾਂ ਕਰਨਾ ਹੈ ਤਾਂ ਉਹ ਸਟੇਕ ਹੋਲਡਰਜ਼ ਨਾਲ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਰੇ, ਉਦੋਂ ਬਿਨਾਂ ਨਹੀਂ ਕਰਨਾ ਚਾਹੀਦਾ। ਤੁਸੀਂ ਉਸ ਐਗਰੀਮੈਂਟ ਦੀ ਵੀ ਨਹੀਂ ਰੱਖ ਰਹੇ, ਤੁਸੀਂ ਦੇਸ਼ ਦੇ ਸੰਵਿਧਾਨ ਦੀ ਵੀ ਨਹੀਂ ਰੱਖ ਰਹੇ, ਤਾਂ ਫਿਰ ਗੱਲ ਕਿਵੇਂ ਚੱਲੂਗੀ ਇਹ? ਔਰ ਦੂਜੀ ਗੱਲ ਜਿਹੜਾ ਕਿਸਾਨ ਇਹ ਕਹਿ ਰਹੇ ਨੇ, 2 ਐਲੀਗੇਸ਼ਨ ਉਹ ਲਾ ਰਹੇ ਨੇ ਵੀ ਇੱਕ ਤਾਂ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਸਾਡੀ ਜ਼ਮੀਨ ਤੱਕ ਦਖਲ ਦੇ ਰਹੇ ਹੋ, ਉਹ ਕਾਨੂੰਨ ਲਾਗੂ ਕਰਾ ਕੇ, ਅਸੀਂ ਉਹ ਨਹੀਂ ਚਾਹੁੰਦੇ, ਉਸ ਪਾਲਿਸੀ ਨੂੰ ਨਹੀਂ ਮੰਨਦੇ। ਦੂਜਾ ਤੁਸੀਂ ਤਾਕਤਾਂ ਦਾ ਕੇਂਦਰੀਕਰਨ ਕਰ ਰਹੇ ਹੋ, ਸੂਬਿਆਂ ਦਾ ਵੀ ਅਧਿਕਾਰ ਖੋਲ ਰਹੇ ਹੋ, ਇਸ ਕਰਕੇ ਅਸੀਂ ਨਹੀਂ ਮੰਨਦੇ। ਇਹ 2 ਵੱਡੀਆਂ ਦਲੀਲਾਂ ਨੇ। ਜਦ ਤਾਂ ਇਹਨਾਂ ਨੂੰ ਕਾਟ ਕਰਦੀਆਂ ਕੋਈ ਦਲੀਲਾਂ ਦੇਣ, ਇਹਨੂੰ ਕਾਟ ਕਰਦੇ ਕੋਈ ਗੱਲ, ਜਾਂ ਤਾਂ ਫਿਰ ਇਹ ਠੀਕ ਨੇ ਇਹ ਰਹਿਣਗੇ, ਜਾਂ ਫਿਰ ਉਹ ਠੀਕ ਨੇ ਉਹ ਰਹਿਣੇ। ਕਾਨੂੰਨ ਤਾਂ ਹਮੇਸ਼ਾ ਹੀ ਐ ਹੁੰਦਾ, ਕਾਨੂੰਨ ਨੇ ਤਾਂ ਜ਼ਿੰਦਗੀ ਬਦਲਣੀ ਆ ਲੋਕਾਂ ਦੀ, ਜੇ ਉਹਦੇ ਫੇਵਰ 'ਚ ਹੈ ਫੇਵਰ 'ਚ, ਜੇ ਉਹਦੇ ਉਹ ਵਿੱਚ ਵਿਚਾਲੇ ਵਾਲਾ ਕੰਮ ਮੇਰਾ ਖਿਆਲ ਨਹੀਂ ਹੁੰਦਾ। ਅੱਜ ਖੇਤੀ ਰਾਜ ਮੰਤਰੀ ਨੇ ਗੱਲਬਾਤ ਤੋਂ ਪਹਿਲਾਂ ਬਿਆਨ ਦਿੱਤਾ ਬਈ ਇਹ ਤਾਂ ਹਲੇ ਸ਼ੁਰੂਆਤ ਹੈ, ਹਲੇ ਅਸੀਂ ਜਿਹੜਾ ਨੈਕਸਟ ਬਿੱਲ ਲਿਆਉਣਾ ਹੈ ਉਹ ਅਸੀਂ ਕੀਟਨਾਸ਼ਕਾਂ ਅਤੇ ਬੀਜਾਂ ਬਾਰੇ ਵੀ ਲਿਆਉਣਾ ਹੈ। ਇਹ ਹੁਣ ਅੱਗੇ ਵੱਧ ਰਹੇ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲੈ ਰਹੀ। ਸਰਕਾਰ ਗੰਭੀਰਤਾ ਨਾਲ ਤਾਂ ਲੈ ਰਹੀ ਹੈ, ਇਸ ਗੰਭੀਰਤਾ ਨਾਲ ਉਹਨੂੰ ਲੈਣਾ ਪੈ ਰਿਹਾ ਕਿਉਂਕਿ ਅੰਦੋਲਨ ਦਾ ਆਕਾਰ ਐਡਾ ਵੱਡਾ ਹੋ ਗਿਆ, ਇਸ ਲਈ ਬਾਰ-ਬਾਰ ਗੱਲਬਾਤ। ਹੋਰਾਂ ਅੰਦੋਲਨਾਂ ਉੱਤੇ ਤਾਂ ਉਹਨੇ ਗੱਲ ਵੀ ਕਦੇ ਨਹੀਂ ਕੀਤੀ, ਪਰ ਨਾਲ ਦੀ ਨਾਲ ਇਹ ਹੈ ਕਿ ਉਹਨੂੰ ਇਹ ਲੱਗ ਰਿਹਾ ਹੈ ਕਿ ਮੇਰੇ ਕੋਲ ਤਾਕਤ ਹੈ ਸਰਮਾਏ ਦੀ, ਜਿਹੜਾ
ਫਾਈਨਾਂਸ ਕੈਪੀਟਲ ਜਿਹਨੂੰ ਕਹਿੰਦੇ ਨੇ, ਵਿੱਤੀ ਸਰਮਾਇਆ ਦੁਨੀਆ ਪੱਧਰ ਦਾ, ਤੇ ਉਹ ਪਾਲਿਸੀ ਹੈ। ਦੂਜਾ ਉਹਦਾ ਦਬਾਅ ਹੈ ਉਹਦੇ ਤੇ, ਸਰਕਾਰ ਤੇ, ਜਿਹੜਾ ਫਾਈਨੈਂਸ਼ੀਅਲ ਬੰਦਾ ਪੈਸੇ ਜੋ ਦਿੰਦਾ ਹੈ ਉਹਦਾ ਦਬਾਅ ਹੋਏਗਾ ਹੀ। ਔਰ ਇਹਦੇ ਨਾਲ ਦੀ ਨਾਲ ਉਹਦੀ ਇੱਕ ਅਪਰੋਚ ਬਣ ਗਈ ਕਿ ਜਿਹੜਾ ਵਿਕਾਸ ਦਾ ਇਹ ਮਾਡਲ ਹੈ, ਮੈਂ ਇਹਨੂੰ ਹੀ ਤੱਕ ਕੇ ਅੱਗੇ ਲਿਜਾਣਾ ਹੈ, ਜਿਹਨੇ ਦੁਨੀਆ ਦੇ ਵਿੱਚ ਕਿਸਾਨੀ ਦਾ, ਕਿਰਤੀਆਂ ਦਾ, ਮੁਲਾਜ਼ਮਾਂ ਦਾ, ਆਮ ਲੋਕਾਂ ਦਾ ਤੇ ਕੁਦਰਤ ਦਾ ਹਮੇਸ਼ਾ ਸਤਿਆਨਾਸ਼ ਕੀਤਾ ਹੈ। ਇਸ ਪਾਸੇ ਵੱਲ ਜਦੋਂ ਸਰਕਾਰ ਚੱਲ ਰਹੀ ਹੈ, ਹਜੇ ਆਪਣੀ ਧੁਨ 'ਚ ਚੱਲ ਰਹੀ ਹੈ, ਤਾਂ ਉਹਨੂੰ ਇਹ ਲੱਗ ਰਿਹਾ ਕਿ ਪੀਸਫੁਲ ਅੰਦੋਲਨ, ਚਲੋ ਪੀਸਫੁਲ ਅੰਦੋਲਨ ਕਰਕੇ ਹੀ ਦਬਾਅ ਐਡਾ ਵੱਡਾ, ਉਹਨੂੰ ਆਇਆ ਵੀ ਇਹ ਥੱਕ ਜਾਊਗਾ, ਜਾਂ ਇਹ ਆਪਣੇ ਆਪ ਕਿਤੇ ਇਹਨਾਂ 'ਚ ਦਰਾੜ ਪਾ ਦਿੱਤੀ ਜਾਵੇ ਤੇ ਆਪਸ ਦੇ ਲੜ ਰੋੜ ਪੈਣ, ਤਾਂ ਕਿ ਅਸੀਂ ਉਸ ਤਰੀਕੇ ਨਾਲ ਚਲਾ ਲਈਏ। ਕਿਉਂਕਿ ਸਰਕਾਰ ਦਾ ਮਨ ਇਹ ਬਣਿਆ, ਨੋਟਬੰਦੀ ਤੋਂ ਲੈ ਕੇ ਜਿੰਨੇ ਫੈਸਲੇ ਅੱਜ ਤੱਕ ਹੋਏ, ਉਹਨੇ ਕੋਈ ਵਾਪਸ, ਉਹ ਕਹਿੰਦੇ ਵੀ ਆਪਾਂ ਵਾਪਸ ਲੈਣਾ ਹੀ ਨਹੀਂ। ਉਹਨੇ ਹਉਮੈ ਦਾ ਵੀ ਸਵਾਲ ਬਣਾ ਲਿਆ, ਹੰਕਾਰ ਦਾ ਵੀ ਸਵਾਲ ਬਣਾ ਲਿਆ। ਔਰ ਇਹ ਉਹੀ ਜਿਹੀ ਮਾਨਸਿਕਤਾ, ਜਿਵੇਂ ਕੱਲ ਟਰੰਪ ਹਾਰੇ ਹੋਇਆ ਵੀ ਨਹੀਂ ਮੰਨਦਾ ਸੀ, ਉੱਥੇ ਪਾਰਲੀਮੈਂਟ ਦੇ ਆਲੇ ਦੁਆਲੇ ਬੰਦੇ ਭੇਜਤੇ, ਸਾਰਾ ਕੁਛ ਹੈ। ਉਹੀ ਜਿਹੀ ਮਾਨਸਿਕਤਾ ਜਿਵੇਂ ਚਾਈਨਾ ਵਾਲੇ ਨੇ ਸਾਰੇ ਉਮਰ ਲਈ ਪਟਾ ਨਾਂ ਲਿਖਾ ਲਿਆ ਕਿ ਮੈਂ ਉਮਰ ਭਰ ਲਈ ਉਹ ਚਾਈਨਾ ਦਾ ਲੀਡਰ ਰਹੂੰਗਾ, ਤੇ ਇਹੀ ਮਾਨਸਿਕਤਾ ਪ੍ਰਵੇਲ ਕਰ ਰਹੀ ਹੈ। ਇਹ ਜਮਹੂਰੀਅਤ ਦੇ ਖਿਲਾਫ ਮਾਨਸਿਕਤਾ ਹੈ। ਔਰ ਇਸੇ ਕਰਕੇ ਜਿਹੜਾ ਇਹ ਕਹਿ ਰਹੇ ਨੇ ਖੇਤੀ ਵਾਲੇ, ਖੇਤੀ ਰਾਜ ਮੰਤਰੀ, ਬਿਲਕੁਲ ਉਹ ਠੀਕ ਕਹਿ ਰਹੇ ਹੈ। ਇਸੇ ਗੱਲ ਤੋਂ ਤਾਂ ਕਿਸਾਨ ਡਰਦੇ ਨੇ ਵੀ ਤੁਸੀਂ ਸਾਨੂੰ ਕਹਿੰਦੇ ਹੋ ਵੀ ਵਿੱਚ ਵਿਚਾਲਾ ਜਾ ਕਰ ਲਓ, ਇਸੇ ਲਈ ਅਸੀਂ ਆਰ ਪਾਰ ਦੀ ਲੜਾਈ ਲੜ ਰਹੇ ਹਾਂ, ਉਹ ਕਹਿੰਦੇ ਨੇ। ਉਹਦਾ ਕਾਰਨ ਇਹ ਹੈ ਕਿ ਇਦੋਂ ਬਾਅਦ ਅਗਲਾ ਜਿਹੜਾ ਕਾਨੂੰਨ ਆਉਣਾ, ਉਹਨੇ ਤਾਂ ਕਹਿਤਾ ਨਾ ਪੈਸਟੀਸਾਈਡ, ਉਹਦਾ ਬੀਜ ਤਾਂ ਪਹਿਲਾਂ ਹੀ ਉਹਨਾਂ ਕੋਲ ਚਲੇ ਗਏ ਨੇ। ਮਨਸੈਂਟੋ ਨੇ ਜਿਹੜੀ ਸੀਡ ਤੇ ਕਬਜ਼ਾ ਕਰ ਲਿਆ। ਜਦੋਂ ਖੇਤੀ ਕੋਲ ਸੀਡ ਹੀ ਨਹੀਂ ਰਹੂ, ਕਿਸਾਨ ਕੋਲ ਆਪਣਾ ਬੀਜ, ਅੱਧੀ ਤਾਂ ਵੈਸੇ ਹੀ ਗੱਲ ਹੋ ਗਈ, ਉਹ ਤਾਂ ਨਿਰਭਰ ਹੋ ਗਿਆ ਫਿਰ ਦਵਾਈਆਂ ਤੋਂ। ਇਦੋਂ ਅਗਲਾ ਕਾਨੂੰਨ ਜਿਹੜਾ ਆ ਰਿਹਾ, ਜਿਹੜਾ 2015 'ਚ ਇਹ ਅਸਫਲ ਕੋਸ਼ਿਸ਼ ਕੀਤੀ ਇਹਨਾਂ ਨੇ, 2015 'ਚ ਆਰਡੀਨੈਂਸ ਹੋਇਆ, ਉਹ ਲਾਗੂ ਰਿਹਾ, ਪਰ ਉਹ ਰਾਜ ਸਭਾ ਤੱਕ ਜਾਂਦਾ ਜਾਂਦਾ ਡਿੱਗ ਗਿਆ, ਕਿਉਂਕਿ ਉਹ ਨਹੀਂ ਸੀ ਜਾ ਸਕਦਾ। ਰਾਜ ਸਭਾ 'ਚ ਇਹਨਾਂ ਦੀ ਬਹੁਤ ਗਿਣਤੀ ਨਹੀਂ ਸੀ। ਉਹ ਬਿੱਲ ਸੀ ਲੈਂਡ ਐਕੁਜੀਸ਼ਨ ਐਕਟ, ਜਿਹੜਾ 2013 ਦਾ, ਉਹਦੇ 'ਚ ਸੋਧ ਕਰਨਾ। ਉਹਦੀਆਂ 2 ਕਲਾਜ਼ਜ਼ ਜਾਂ ਕਾਰਪੋਰੇਟਰ ਨੂੰ ਤੇ ਸਰਕਾਰ ਨੂੰ ਦੁਖੀ ਕਰ ਰਹੀਆਂ ਨੇ, ਜਿਹੜੀਆਂ 2013 'ਚ ਪੈ ਗਈਆਂ ਕੁਦਰਤੀ। ਉਹ ਕੀ ਦੁਖੀ ਕਰ ਰਹੀਆਂ ਨੇ? ਇੱਕ, ਜੇ ਤੁਸੀਂ ਕਿਸੇ ਪ੍ਰਾਈਵੇਟ ਘਰਾਣੇ ਨੂੰ ਜ਼ਮੀਨ ਐਕਵਾਇਰ ਕਰਕੇ ਦੇਣੀ ਹੈ, ਤਾਂ ਪਿੰਡ ਦੇ 80% ਵੋਟਰ ਦਾ, ਕਿਸਾਨ ਦਾ ਨਹੀਂ, ਜਿੰਨੇ ਟੋਟਲ ਬਸਿੰਦੇ ਰਹਿੰਦੇ ਨੇ ਪਿੰਡ ਦੇ, ਉਹਦੇ 80% ਦੀ ਸਹਿਮਤੀ ਜ਼ਰੂਰੀ ਹੈ, ਕੰਸੈਂਟ ਜ਼ਰੂਰੀ ਹੈ। ਦੂਜਾ, ਉਹਦੇ 'ਚ ਕਲੌਜ ਇਹ ਹੈ ਕਿ ਜੇਕਰ ਉਹ ਫਿਰ ਵੀ ਲੈਣੀ ਹੈ, ਤੁਹਾਨੂੰ ਲੋੜ ਹੈ, ਤਾਂ ਉੱਥੇ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਈ ਜਾਏਗੀ, ਸਮਾਜਿਕ ਪ੍ਰਭਾਵ। ਉਹਦੇ ਪਿੱਛੇ ਇਹ ਧਾਰਨਾ ਕੰਮ ਕਰਦੀ ਹੈ, ਇਨਸਾਨੀ ਧਾਰਨਾ, ਕਿ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਅਕਵਾਇਰ ਹੁੰਦੀ ਹੈ, ਤਾਂ ਕਿਸਾਨ ਨੂੰ ਤਾਂ ਕੰਪਨਸੇਸ਼ਨ ਫਿਰ ਵੀ ਚਲੋ ਮਿਲ ਗਿਆ, ਕਿਤੇ ਲੈ ਲੈਂਦਾ। ਜਿਹੜੇ ਉਹਦੇ ਨਾਲ ਜੁੜੇ ਹੋਏ ਬੇਜ਼ਮੀਨ ਨੇ, ਚਾਹੇ ਦੁਕਾਨਦਾਰ ਹੈ, ਲੋਹਾਰ ਹੈ, ਤਰਖਾਣ ਹੈ, ਮਿਸਤਰੀ ਹੈ, ਜਾਂ ਕੋਈ ਮਜ਼ਦੂਰ ਹੈ, ਜਿਹੜੇ ਮਰਜ਼ੀ ਨੇ, ਉਹ ਵੀ ਤਾਂ ਉਜੜਦੇ ਨੇ, ਉਹਨਾਂ ਨੂੰ ਕੁਝ ਨਹੀਂ ਮਿਲਦਾ, ਤੇ ਉਹ ਕਿਵੇਂ ਬਸਣਗੇ ਜੀ ਜਾ ਕੇ? ਉਹ ਇੰਪੈਕਟ ਉਹਦੇ ਲਈ ਹੈ ਕਿ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਸ ਮਾਮਲੇ ਦੇ ਵਿੱਚ। ਇਸੇ ਕਰਕੇ ਇਹ ਦੋਨਾਂ ਨੂੰ ਉਹਨਾਂ ਨੇ ਕੱਢਤਾ ਸੀ ਆਰਡੀਨੈਂਸ ਦੇ ਵਿੱਚ, ਉਹ ਰੌਲਾ ਪੈ ਗਿਆ ਤੇ ਰਾਜ ਸਭਾ 'ਚ ਵਾਹਵਾ। ਹੁਣ ਅਗਲਾ ਕਾਨੂੰਨ ਉਹ ਆਏਗਾ। ਅਗਲਾ ਕਾਨੂੰਨ ਇਸ ਲਈ ਜ਼ਰੂਰੀ ਹੈ ਉਹ, ਕਿਉਂਕਿ ਜਦੋਂ ਕਾਰਪੋਰੇਟ ਦੀ ਉੱਥੇ ਤੱਕ ਰੀਚ ਹੋ ਗਈ, ਉਦੋਂ ਬਾਅਦ ਫਿਰ ਜ਼ਮੀਨ, ਉਹ 2 ਚੀਜ਼ਾਂ ਰਸਤੇ 'ਚ ਆਉਣਗੀਆਂ ਜ਼ਮੀਨ ਹਾਸਲ ਕਰਨ ਦੇ, ਉਹ ਵੀ ਮਿਟਾਉਣੀਆਂ ਨੇ। ਜਦੋਂ ਉਹ ਮਿਟਣਗੀਆਂ ਤਾਂ ਜ਼ਮੀਨ ਕਬਜ਼ੇ 'ਚ ਆਏਗੀ। ਠੀਕ ਕਹਿੰਦਾ ਉਹ ਖੇਤੀ ਮੰਤਰੀ, ਉਹਦੇ ਤੋਂ ਹੀ ਇਹ ਡਰਦੇ ਨੇ ਅਸਲ 'ਚ, ਜਿਹੜੇ ਸਾਰੇ ਬੰਦੇ ਨੇ। ਅੱਛਾ, ਇੱਕ ਗੱਲਬਾਤ ਨੂੰ ਕਿਸੇ ਪਾਸੇ ਲਾਉਣ ਲਈ ਧਾਰਮਿਕ ਨੇਤਾਵਾਂ ਦਾ ਵੀ ਵਿੱਚ ਯੋਗਦਾਨ ਸੁਣਨ 'ਚ ਆਇਆ। ਕਹਿੰਦੇ ਵੀ ਇੱਕ ਡੇਰੇ ਦੇ ਮੁਖੀ ਨੇ ਸਰਕਾਰ ਤੱਕ ਅਪਰੋਚ ਕੀਤੀ ਵੀ ਜੇ ਤੁਸੀਂ ਮੈਨੂੰ ਪਾਓ ਤਾਂ ਸ਼ਾਇਦ, ਤੇ ਇਹਦੇ ਬਾਰੇ ਧਾਰਮਿਕ ਨੇਤਾਵਾਂ ਦਾ ਕੀ 'ਚ ਯੋਗਦਾਨ ਹੈ? ਔਰ ਇਹ ਸਾਡੀ ਇੰਡੀਅਨ ਡੈਮੋਕ੍ਰੇਸੀ ਦਾ ਸਭ ਤੋਂ ਜ਼ਿਆਦਾ ਖਤਰਨਾਕ ਪਹਿਲੂ ਹੈ, ਕਿਉਂਕਿ ਨਾਰਮਲੀ ਜਿਹੜੀਆਂ ਡੈਮੋਕ੍ਰੈਟਿਕ ਸਟੇਟਾਂ ਹੁੰਦੀਆਂ ਨੇ, ਉਹ ਕਿਸੇ ਵੋਟਰ ਦਾ ਤੇ ਜਿਹੜਾ ਉਹਦਾ ਆਗੂ ਹੈ ਜਾਂ ਸਰਕਾਰ ਹੈ, ਉਹਦੇ ਵਿੱਚ ਐਗਰੀਮੈਂਟ ਹੁੰਦਾ ਕਿ ਅਸੀਂ ਤੈਨੂੰ ਚੁਣਦੇ ਹਾਂ, ਤੂੰ ਮੇਰੇ ਇਹਨਾਂ ਚੀਜ਼ਾਂ ਦਾ ਖਿਆਲ ਰੱਖੇਗਾ। ਹੁਣ ਜਦੋਂ ਵੋਟਾਂ ਵੇਲੇ ਵੀ ਸਾਡੇ ਹੋ ਜਾਂਦਾ ਹੈ, ਤੇ ਸਮਝੌਤਿਆਂ ਵੇਲੇ ਵੀ ਬਾਬਾ ਵਿੱਚ ਆ ਜਾਂਦਾ ਹੈ। ਇੱਕ ਬਾਬਾ ਸਿਰਸੇ ਵਾਲੇ ਨਾਲ ਕਿੰਨਾ ਰੌਲਾ ਪਿਆ ਪਹਿਲਾਂ ਲੋਕਾਂ ਦਾ, ਵੀ ਬਾਕੀ ਵੀ ਹੈ। ਉਹ ਤੁਸੀਂ ਵੋਟਾਂ ਦੀ ਗਰੰਟੀ ਲੈ ਰਹੇ ਹੋ, ਸਿਟੀਜ਼ਨ ਦਾ ਹੱਕ ਤਾਂ ਤੁਸੀਂ ਮਾਰਤਾ ਨਾ। ਤੁਸੀਂ ਇੱਕ ਬਾਬੇ ਖਰੀਦ ਲਿਆ, ਇੱਕ ਬਾਬੇ ਨੂੰ ਜਾਂ ਲਾਲਚ ਦੇਤਾ ਜਾਂ ਡਰਾ ਲਿਆ, ਉਹਦੇ ਕਾਸਟ ਤੇ ਉਹ ਵੋਟਾਂ, ਤਾਂ ਬੰਦੇ ਦੀ ਔਕਾਤ ਕੀ ਬਚੀ ਹੈ? ਇਹਦਾ ਮਤਲਬ ਤੁਸੀਂ ਨਾਗਰਿਕ ਦਾ ਜਿਹੜਾ ਹੱਕ ਹੈ ਉਹ ਮਾਰ ਰਹੇ ਹੋ ਸਾਰੇ ਮਾਮਲੇ 'ਚ। ਹੁਣ ਇਹਦੇ 'ਚ ਨਾਨਕਸਰ ਕਲੇਰਾਂ ਤੋਂ ਕੋਈ ਬਾਬਾ ਲੱਖਾ ਸਿੰਘ ਹੈ, ਉਹ ਇਕੱਲਾ ਹੈ ਨਹੀਂ, ਇੱਕ ਹੁੰਦਾ ਕਿ ਬੰਦਾ ਜਾਂਦਾ ਹੈ ਪਰਦੇ ਪਿੱਛੇ ਆਪਣੀ ਰੋਲ ਨਿਭਾਉਂਦਾ ਹੈ, ਜੇ ਉਹਨੂੰ ਲੱਗਦਾ ਵੀ ਹੋਵੇ ਕਿ ਮੈਂ ਠੀਕ ਕਰਦਾ। ਉਹ ਮੰਤਰੀ ਨਾਲ ਜਾ ਕੇ ਫੋਟੋਆਂ ਖਿਚਾਉਂਦਾ, ਤੇ ਬਾਅਦ 'ਚ ਟੈਲੀਵਿਜ਼ਨ ਚੈਨਲ 'ਤੇ ਘੰਟਾ ਲੱਗਿਆ ਰਹਿੰਦਾ ਕਿ ਮੈਂ ਕਰਦਾ ਵਿਚੋਲਗੀ, ਮੈਂ ਕਰਦਾ ਇਹ। ਨਾਲੇ ਕਹੀ ਜਾਂਦਾ ਮੈਨੂੰ ਕੋਈ ਭੁੱਖ ਨਹੀਂ ਹੈ, ਐ ਜਨਰਲੀ ਉਹਦੇ ਲਾਲਚ। ਫਿਰ ਤੂੰ ਟੀਵੀ ਚੈਨਲਾਂ 'ਤੇ ਕਿਉਂ ਆ ਰਿਹਾ? ਫਿਰ ਤੂੰ ਕਿਉਂ ਉੱਥੇ ਮੰਤਰੀ ਨਾਲ 2 ਘੰਟੇ ਬੈਠ ਕੇ ਇਹ ਕਰ ਰਿਹਾ ਵੀ ਇਹ ਆਹ ਹੋਣਾ? ਨਾਲ ਤੁਸੀਂ ਉਹੀ ਬੋਲੀ ਬੋਲ ਰਹੇ ਹੈ ਕਿ ਵਿੱਚ ਵਿਚਾਲਾ ਤਾਂ ਕਰਨਾ ਹੀ ਪੈਂਦਾ ਜੀ, ਐਂ ਤਾਂ ਹੋਣਾ ਨਹੀਂ ਹੁੰਦਾ। ਤੁਸੀਂ ਬੋਲੀ ਉਹੀ ਬੋਲ ਰਹੇ ਹੋ ਜਿਹੜੀ ਉਧਰੋਂ ਬੋਲੀ ਜਾ ਰਹੀ ਹੈ। ਸੋਸ਼ਲ ਮੀਡੀਆ ਭਰਿਆ ਪਿਆ, ਕਈਆਂ ਨੇ ਤਾਂ ਇਹ ਕਹਿਤਾ ਕਿ ਜੀ ਉਹ ਤਾਂ ਬਾਦਲਾਂ ਦੇ ਬਹੁਤ ਨੇੜੇ ਹੈ, ਬਾਕੀ ਦੇ ਹੈ ਇੱਧਰ ਉੱਧਰ ਚੱਲਦਾ, ਕਿਉਂਕਿ ਸਾਰੇ ਬਾਬੇ ਕਿਤੇ ਨਾ ਕਿਤੇ ਨੇੜੇ ਨੂੜੇ ਇੱਕ ਦੂਜੇ ਦੇ ਤਾਂ ਹੈਗੇ ਹੀ ਨੇ। ਔਰ ਕਿਉਂ ਤੁਸੀਂ ਉਹ ਪੰਗਾ ਲੈ ਲਓ? ਉੱਥੇ ਲੰਗਰ ਲਾਇਆ, ਚੰਗਾ ਭਲਾ ਲੰਗਰ 'ਚ ਕੰਮ ਕਰੋ ਜੋ ਤੁਹਾਡਾ ਕੰਮ ਹੈ। ਤੁਸੀਂ ਕਹਿੰਦੇ ਹੋ ਅਸੀਂ ਵਾਹਿਗੁਰੂ ਨਾਲ ਲੋਕਾਂ ਨੂੰ ਮਿਲਾਉਂਦੇ ਹੋ, ਸਰਕਾਰਾਂ ਨਾਲ ਕਿਉਂ? ਕਦੋਂ ਦੇ ਬਾਬੇ ਮਿਲਾਉਣ ਲੱਗੇ? ਵਾਹਿਗੁਰੂ ਨਾਲ ਮਿਲਾ ਲਓ।
ਜਿੱਥੇ ਜਿੱਥੇ ਤੁਹਾਡਾ ਰੋਲ ਜੇ ਕੋਈ ਮਾੜਾ ਮੋਟਾ ਇਹੋ ਜਿਹਾ ਦਿਖਦਾ ਹੈ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਵੀ ਨੇ ਇਹ ਸੰਘਰਸ਼ ਨੂੰ ਉਲਝਣ ਭਰਪੂਰ ਨੇ। ਇੱਕ ਪਾਸੇ ਤਾਂ ਅੱਜ ਗੱਲ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਤੇ ਸਰਕਾਰ 'ਚ ਡੇਟ ਪਹਿਲਾਂ ਡਿਸਾਈਡਡ ਹੈ। ਇੱਕ ਦਿਨ ਪਹਿਲਾਂ ਇੱਕ ਬਾਬੇ ਤੋਂ ਇਹ ਬਿਆਨਬਾਜ਼ੀ ਦਿਵਾਉਣਾ ਤੇ ਮੰਤਰੀ ਦਾ ਮਿਲਣਾ ਇਹ ਸਵਾਲ ਖੜੇ ਕਰਦਾ ਬਹੁਤ ਜ਼ਿਆਦਾ। ਇਹ ਸਵਾਲ ਇਸ ਲਈ ਖੜੇ ਕਰਦਾ ਕਿ ਤੁਸੀਂ ਕਿਸਾਨ ਮੂਵਮੈਂਟ ਦੇ ਆਗੂਆਂ ਨਾਲ ਆਰਗੂਮੈਂਟ ਕਰਨ ਦੀ ਹੈਸੀਅਤ 'ਚ ਨਹੀਂ ਹੋ, ਗੱਲ ਅੱਗੇ ਚਲਾਉਣ ਦੀ ਪੋਜੀਸ਼ਨ 'ਚ ਨਹੀਂ ਹੋ। ਤੁਸੀਂ ਹੁਣ ਕੋਈ ਐਸੀ ਡਾਇਵਰਜਨ ਭਾਲਦੇ ਹੋ ਸਕਦਾ ਬਾਬੇ ਦੇ ਸ਼ਰਧਾਲੂ ਹੋ ਇੱਧਰ ਉੱਧਰ ਹੋ ਜਾਣ ਵੀ ਸਾਡੇ ਬਾਬੇ ਦੀ ਗੱਲ ਨਹੀਂ ਮੰਨਦੇ, ਹੋ ਸਕਦਾ ਕੁਝ ਹੋਰ ਹੋ ਜੇ। ਇਹ ਸਾਰੀਆਂ ਚਲਾਕੀਆਂ ਨੇ। ਮੈਨੂੰ ਲੱਗਦਾ ਗਵਰਨਮੈਂਟ ਦੇ ਪੱਧਰ ਤੇ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਬਸ਼ਰਤੇ ਕਿ ਕਿਸਾਨ ਇਹ ਕਹਿਣ ਕਿ ਸਾਡੇ ਦਿੱਤਾ ਠੀਕ ਹੈ ਜੀ, ਕੋਈ ਵਿਚੋਲਾ ਪਾਉਣਾ ਪਾਓ। ਵਿਚੋਲਾ ਉਦੋਂ ਪੈਂਦਾ ਜਦੋਂ ਦੋ ਬੰਦਿਆਂ ਦੀ ਗੱਲਬਾਤ ਨਾ ਹੋ ਰਹੀ ਹੋਵੇ। ਜਾਂ ਦੋ ਬੰਦਿਆਂ ਦੀ ਗੱਲ ਸਿੱਧੀ ਹੋ ਰਹੀ ਹੈ ਤਾਂ ਵਿਚੋਲੇ ਦਾ ਰੌਲਾ ਕਿੱਥੇ ਹੈ? ਕਿਉਂ ਵਿਚੋਲਾ ਪਵੇ ਕੋਈ ਵੀ? ਨਾਲੇ ਵਿਚੋਲਾ ਤਾਂ ਹੁੰਦਾ ਜਿਹੜਾ ਵਿੱਚ ਓਲਾ ਰੱਖਦਾ, ਪੂਰੀ ਗੱਲ ਦੱਸਦੇ ਨਹੀਂ। ਨਹੀਂ ਬਿਲਕੁਲ, ਜਦ ਤੁਸੀਂ ਇਕੱਲੇ ਇਕੱਲੇ ਕਰਕੇ ਉਹਨੇ ਇੱਕ ਉਹਦੀ ਖਾਣ ਦੀ ਦੋ ਗੱਲਾਂ ਉਹਨੂੰ ਵੱਧ ਤੀਜੀ ਗੱਲ ਉਹਨੂੰ ਜਾ ਕੇ ਕਰਦੇ ਹੋ ਤਾਂ ਯਕੀਨ ਹੀ ਨਹੀਂ ਵੱਜਦਾ, ਭਰੋਸਾ ਨਹੀਂ ਵੱਜਦਾ। ਅਗਲੀ ਗੱਲ ਇਹ ਹੈ ਕਿ ਜਿਹੜਾ ਇੱਕ ਬਾਬਾ ਇੱਕ ਸਾਧ ਹੈ ਇੱਕ ਗੁਰਦੁਆਰੇ ਬੈਠਾ ਹੈ, ਉਹਨੂੰ ਨਿਟੀ ਗ੍ਰਿਟੀ ਕਾਨੂੰਨਾਂ ਦੀ ਕੀ ਪਤਾ? ਉਹਨੂੰ ਕੀ ਪਤਾ ਖੇਤੀ ਦੇ ਵਿੱਚ ਕੀ ਸਿਸਟਮ ਦਾ? ਉਹਨੂੰ ਕੀ ਪਤਾ ਸਰਕਾਰ ਦੇ ਰੂਲ ਕੀ ਨੇ? ਜਦ ਤੁਹਾਨੂੰ ਉਹ ਖੇਤਰ ਦਾ ਹੀ ਨਹੀਂ ਪਤਾ ਉਸ ਖੇਤਰ 'ਚ ਜਾ ਕੇ ਟੰਗ ਕਿਉਂ ਡਾਉਂਦੇ ਹੋ? ਮੈਂ ਕਬੱਡੀ ਖੇਡਣ ਨਹੀਂ ਜਾਣਦਾ, ਮੈਂ ਟੰਗ ਜ਼ਰੂਰੀ ਤੜਾਉਣੀ ਹੈ ਆਪਦੀ ਜਾ ਕੇ, ਉਹਦੇ 'ਚ ਕੀ ਕਰਨਾ? ਮੈਂ ਉਹ ਗੇਮ ਖੇਡਣਾ ਜਿਹੜੀ ਮੈਨੂੰ ਆਉਂਦੀ ਹੈ। ਜਿਹੜਾ ਤੁਹਾਡਾ ਦਾਇਰਾ ਉਹਦੇ 'ਚ ਰਹਿਣਾ ਚਾਹੀਦਾ। ਤੇ ਹਮੀਰ ਜੀ, ਇੱਕ ਕੱਲ ਸੁਰਜੀਤ ਜਿਆਣੀ ਭਾਜਪਾ ਦੇ ਤੇ ਭਾਜਪਾ ਦੇ ਕਿਸਾਨ ਵਿੰਗ ਦੇ ਆਗੂ ਹਰਜੀਤ ਗਰੇਵਾਲ ਨੇ ਕੁਝ ਬਿਆਨਬਾਜ਼ੀ ਕੀਤੀ ਮੰਤਰੀਆਂ ਨਾਲ ਮਿਲਣ ਤੋਂ ਬਾਅਦ। ਇਹ ਥੋੜੀ ਜੀ ਤਿੱਖੀ ਸੀਗੀ, ਇਹ ਤੋਂ ਤੁਸੀਂ ਕਿਵੇਂ ਲੈ ਰਹੇ ਹੋ? ਬਿਲਕੁਲ ਪਤਾ ਨਹੀਂ, ਜਦੋਂ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ ਕੋਈ ਗੱਲ ਤਾਂ ਹੈ। ਹੁਣ ਇੱਕ ਪਾਸੇ ਪਹਿਲਾਂ ਆ ਕੇ ਬਿਆਨ ਦਿੱਤਾ ਕਿ ਜਥੇਬੰਦੀਆਂ ਦਾ ਆਗੂ ਕੋਈ ਨਹੀਂ ਹੈ, ਇਸ ਲਈ ਪ੍ਰੋਬਲਮ ਆ ਰਹੀ ਹੈ। ਤੇ ਹੁਣ ਕੱਲ ਹੋਰੇ ਕਹਿਣ ਲੱਗੇ ਕਹਿੰਦੇ ਆਗੂ ਹੈਗੇ ਨੇ, ਉਹ ਫਲਾਨਾ ਮਾਓਵਾਦੀ ਹੈ, ਫਲਾਨਾ ਨਕਸਲੀ ਹੈ, ਫਲਾਨਾ ਫਲਾਨਾ ਹੈ, ਉਹ ਸਮਝੌਤਾ ਨਹੀਂ ਹੋਣ ਦਿੰਦਾ। ਇਹ ਇਸ ਲੈਵਲ ਤੇ ਤੁਸੀਂ ਗੱਲ 'ਚ ਚਲੇ ਗਏ ਹੋ। ਅਗਲੀ ਗੱਲ ਤੁਸੀਂ ਇਹ ਕਹਿ ਰਹੇ ਹੋ ਜੀ ਮੋਦੀ ਜੀ ਤਾਂ ਕਮਾਲ ਦੇ ਬੰਦੇ ਨੇ, ਤੁਹਾਡਾ ਫੇਵਰ ਕਰ ਰਹੇ ਨੇ। ਇਹਨਾਂ ਗੱਲਾਂ ਤੋਂ ਉਹੀ ਜਿਆਣੀ ਨੇ ਜਿਹੜੇ ਇੱਥੇ ਮੰਨ ਕੇ ਗਏ, ਜਿਹੜੇ ਇੱਥੇ ਕਹਿ ਕੇ ਗਏ ਉਦੋਂ ਪਹਿਲਾਂ ਕਿ ਹਾਂ ਮੈਨੂੰ ਵੀ ਲੱਗਦਾ ਗੜਬੜ ਹੈ, ਔਰ ਸਾਡੇ ਜਿਹੜੇ ਲੀਡਰ ਨੇ ਇੱਥੋਂ ਦੇ ਬੀਜੇਪੀ ਦੇ ਉਹ ਠੀਕ ਗੱਲ ਨਹੀਂ ਪਹੁੰਚਾ ਰਹੇ। ਠੀਕ ਗੱਲ ਕੇਂਦਰ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਹੱਲ ਹੋਊਗਾ। ਮੈਨੂੰ ਜੇ ਟਿਕਟ ਨਹੀਂ ਵੀ ਦੇਣਗੇ ਤਾਂ ਵੀ ਕੋਈ ਗੱਲ ਨਹੀਂ। ਲੋਕਾਂ ਨੇ ਉਦੋਂ ਭਰੋਸਾ ਕੀਤਾ ਵੀ ਚਲੋ ਕਿਸੇ ਬੰਦੇ ਦੀ ਜ਼ਮੀਰ ਸਾਹਮਣੇ ਆਈ ਹੈ ਤੇ ਕੋਈ ਗੱਲ ਰੋਲ ਪਲੇ ਕਰ ਰਹੇ ਆ। ਪਰ ਹੁਣ ਜਾ ਕੇ ਬਿਲਕੁਲ ਹੀ ਜਿਹੜੀ ਦੂਸਰੀ ਬੋਲੀ ਦਾ ਜਿਹੜਾ ਸਵਾਲ ਹੈ ਉਹ ਮੈਨੂੰ ਲੱਗਦਾ ਉਕਸਾਹਟ ਪੈਦਾ ਕਰਨ ਵਾਲਾ, ਸਗੋਂ ਉਕਸਾਹਟ ਪੈਦਾ ਕਰਨ ਤੋਂ ਰੋਕਣਾ ਚਾਹੀਦਾ। ਤੁਸੀਂ ਦੇਖੋ ਕੱਲ ਇੰਨੇ ਹਜ਼ਾਰ ਟਰੈਕਟਰ ਗਏ, 135 ਕਿਲੋਮੀਟਰ ਦਾ ਲੰਮਾ ਉਹ ਸੜਕ ਦਾ ਜਿਹੜਾ ਇੱਕ ਘੇਰਾ ਹੈ ਤੇ ਕਿਸੇ ਦੇ ਝਰੇਟ ਨਹੀਂ ਵੱਜੀ। ਇੰਨਾ ਅਨੁਸ਼ਾਸਨਬੱਧ, ਇੰਨਾ ਸ਼ਾਂਤਮਈ ਅੰਦੋਲਨ ਚੱਲ ਰਿਹਾ, ਲੱਖਾਂ ਬੰਦਾ ਬੈਠਾ ਹੈ, ਸ਼ਾਂਤੀ ਨਾਲ ਬੈਠਾ ਹੈ। ਤੁਹਾਡੀ ਪੁਲਿਸ ਵੀ ਟ੍ਰੈਫਿਕ ਨਹੀਂ ਸੀ ਕੰਟਰੋਲ ਕਰ ਰਹੀ, ਆਪ ਹੀ ਕਰ ਰਹੇ ਸੀ ਉਹ। ਤੇ ਉਹਨੂੰ ਕਿਉਂ ਤੁਸੀਂ ਬਿਨਾਂ ਮਤਲਬ ਜਾਂ ਬਦਨਾਮ ਜਾਂ ਬਲੇਮ ਕਰਕੇ? ਇਹ ਟੋਟਲ ਪੰਜਾਬੀਆਂ ਦੀ ਤੇ ਟੋਟਲ ਦੇਸ਼ ਵਾਸੀਆਂ ਦੀ ਜਿਹੜੇ ਅੰਦੋਲਨ 'ਚ ਨੇ ਉਹਨਾਂ ਦੀ ਤੋਹੀਨ ਕਰ ਰਹੇ ਨੇ। ਜਦੋਂ ਕੋਈ ਆਗੂ ਛੋਟੇ ਛੋਟੇ ਇਹੋ ਜਿਹੇ ਬਿਆਨ ਦਿੰਦੇ ਨੇ ਨਾ, ਐਵੇਂ ਐਲੀਗੇਸ਼ਨ ਲਾਉਣ ਵਾਲੇ, ਉਹ ਕਹਿੰਦੇ ਨੇ ਜੀ ਕਿਸਾਨ ਤਾਂ ਸੱਚੇ ਨੇ, ਜਿਹੜੇ ਉਹ ਲੀਡਰ ਬੈਠੇ ਨੇ ਉਹ ਠੀਕ ਨਹੀਂ ਹੈਗੇ। ਤੇ ਜੇ ਕਿਸਾਨ ਸੱਚੇ ਨੇ, ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਵੀ ਜੇ ਜਾਣੀ ਉਹਨਾਂ ਨੂੰ ਪੰਜਾਬੀ ਕਲਚਰ ਦੀ ਸਮਝ ਹੋਵੇ, ਇਹ ਗੁਰੂ ਨਾਨਕ ਦੀ ਧਰਤੀ ਹੈ ਜਿੱਥੇ ਉਹ ਕਹਿੰਦੇ ਨੇ ਗੁਰੂ 20 ਵਿਸਵੇ ਸੰਗਤ 21 ਵਿਸਵੇ। ਐਡੀ ਵੱਡੀ ਸੰਗਤ ਬੈਠੀ ਹੈ, ਗੁਰੂ ਨੇ ਉਦੋਂ ਵੱਡਾ ਰੂਪ ਉਹਨੂੰ ਦਿੱਤਾ ਹੈ, ਤਾਂ ਫਿਰ ਉਹਦੇ ਕਹੇ ਤੇ ਮੰਨ ਲਓ ਤੁਸੀਂ, ਬਾਕੀ ਨਾ ਲੀਡਰ ਦੀ ਕਹੇ ਤੇ ਮੰਨੋ। ਜੇਕਰ ਤੁਹਾਨੂੰ ਇਹ ਹੈ ਤੁਸੀਂ ਕਿਸੇ ਗੱਲ ਦੀ ਤਾਂ ਮੰਨੋਗੇ ਨਾ। ਤੁਹਾਨੂੰ ਮੋਦੀ ਲੱਗਦਾ ਬ੍ਰਹਮ ਗਿਆਨੀ ਉਦੋਂ ਵੱਡਾ ਸਭ ਤੋਂ ਜ਼ਿਆਦਾ, ਤੇ ਹੋਰ ਤਾਂ ਤੁਹਾਨੂੰ ਬੰਦਾ ਹੀ ਨਹੀਂ ਕੋਈ ਨਜ਼ਰ ਆ ਰਿਹਾ। ਇਹ ਜਿਹੜਾ ਤੌਰ ਤਰੀਕਾ ਹੈ ਦੋ ਛੋਟੇ ਆਗੂਆਂ ਦਾ ਇਸ ਲੈਵਲ ਦੇ ਉੱਤੇ ਬੈਠ ਕੇ ਬਿਆਨਬਾਜ਼ੀ ਕਰਨਾ, ਅੱਜ ਜਿਹੜੀ ਮੀਟਿੰਗ ਦੇ ਵਿੱਚ ਤਲਖੀ ਵੀ ਹੋਈ ਹੈ ਇਸੇ ਕਰਕੇ। ਰਾਜੇਵਾਲ ਨੇ ਉਹਨੂੰ ਕਿਹਾ ਮੰਤਰੀ ਨੂੰ ਵੀ ਜੇ ਐਂ ਬੰਦੇ ਸਾਡੇ ਆਲੇ ਦੁਆਲੇ ਬਕਵਾਸ ਕਰਨ ਨੂੰ ਛੱਡਣੇ ਨੇ ਤਾਂ ਫਿਰ ਆਪਣੀ ਗੱਲਬਾਤ ਦਾ ਮਤਲਬ ਕੀ ਹੈ? ਤੁਸੀਂ ਆਪਣੇ ਬੰਦਿਆਂ ਨੂੰ ਤਾਂ ਨੱਥ ਪਾਓ ਨਾ ਮਾੜਾ ਮੋਟਾ, ਜਿਹੜੇ ਘੱਟੋ ਘੱਟ ਟਾਈਮ ਬਿਆਨਬਾਜ਼ੀ ਨਾ ਕਰ। ਅੱਜ ਇਹ ਮੀਟਿੰਗ ਦੀ ਸ਼ੁਰੂਆਤ ਇੱਥੋਂ ਹੋਈ ਹੈ ਤੇ ਜਿਹਦੇ ਕਰਕੇ ਪਹਿਲਾਂ ਹੀ ਮਤਲਬ ਇੱਕ ਦਿਨ ਪਹਿਲਾਂ ਇਹ ਜੇ ਬਿਆਨ ਦੇਣੇ ਤਾਂ ਆਈ ਹੈ, ਤੁਸੀਂ ਪ੍ਰਵੋਕ ਕਰੋ, ਗੱਲ ਉੱਥੋਂ ਸ਼ੁਰੂ ਨਾ ਹੋਵੇ ਕਿਸੇ ਵੀ ਰੂਪ 'ਚ। ਉਸ ਗੱਲ ਤੇ ਟਕੈਤ ਨੇ ਕਹਿਤਾ ਇੱਕ ਜਗ੍ਹਾ, ਜਿਹੜਾ ਰਕੇਸ਼ ਟਕੈਤ ਨੇ ਯੂਪੀ ਵਾਲੇ ਨੇ, ਉਹ ਕਹਿੰਦਾ ਜਿਹੜਾ ਕਾਨੂੰਨ ਵਾਪਸੀ ਤੋਂ ਘੱਟ ਗੱਲ ਕਰੂਗਾ ਉਹ ਕਮੇਟੀ 'ਚੋਂ ਬਾਹਰ, ਕਮੇਟੀ 'ਚ ਨਹੀਂ ਆਊਗਾ। ਹੁਣ ਗੱਲ ਉੱਥੇ ਖੜੀ ਹੋਈ ਹੈ, ਤੁਸੀਂ ਕੋਈ ਉਹਦਾ ਹੱਲ ਲੱਭੋ। ਅੱਜ ਦੀ ਮੀਟਿੰਗ 'ਚ ਮੰਨਿਆ ਜਾ ਰਿਹਾ ਸੀ ਕਿ ਗਵਰਨਮੈਂਟ ਇੱਕ ਨਵੀਂ ਕਿਸੇ ਪ੍ਰਪੋਜ਼ਲ ਨਾਲ ਆਏਗੀ, ਜਾਂ ਇਹੋ ਜਿਹਾ ਪ੍ਰਪੋਜ਼ਲਾਂ ਇੱਥੇ ਤੈਰਦੀਆਂ ਰਹੀਆਂ ਜਿਹੜੀਆਂ ਸਾਰੇ ਸਾਹਮਣੇ, ਵੀ ਕੋਈ ਕਹਿ ਦੇਣਗੇ ਸਟੇਟਾਂ ਨੂੰ ਹੱਕ ਦੇ ਦੇਣਗੇ, ਕੋਈ ਕਹਿਣਗੇ ਕਿਸੇ ਹੋਰ ਟਾਈਪ ਦਾ ਕਰ ਦਿਓ, ਸਸਪੈਂਡ ਕਰ ਦੇਣਗੇ। ਪਰ ਉਹ ਤਾਂ 1 ਇੰਚ ਅੱਗੇ ਵਧਣ ਦੀ ਅਜੇ ਉਸ ਲੈਵਲ ਤੇ ਸਥਿਤੀ 'ਚ ਨਹੀਂ ਹੈ। ਇਹ ਜਿਹੜਾ ਹੰਕਾਰ ਹੁੰਦਾ ਜਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੋਰ ਸਬਰ ਪਰਖਦੀਆਂ ਨੇ। ਜਿਹੋ ਜਿਹਾ ਇਹ ਅੰਦੋਲਨ ਨੂੰ ਉਭਾਰ ਮਿਲ ਰਿਹਾ, ਜਿੰਨੇ ਬੰਦੇ ਐਤਕੀ ਟਰੈਕਟਰ ਆਮ ਮੁਹਾਰੇ ਪਿੰਡਾਂ ਚੋਂ ਆਲੇ ਦੁਆਲੇ ਲੈ ਕੇ ਗਏ ਨੇ, ਕੱਲ੍ਹ ਹੀ ਸੈਂਕੜੇ ਦੀ ਗਿਣਤੀ 'ਚ ਮਜ਼ਦੂਰ ਚਲੇ ਗਏ ਨੇ, ਹੋਰ ਦਲਿਤ ਜਾ ਰਹੇ ਨੇ ਵੱਡੇ ਪੱਧਰ ਤੇ। ਦੇਸ਼ ਦੇ ਵਿੱਚ ਵੀ ਉਹ ਸਾਰਾ ਚੀਜ਼ਾਂ ਫੈਲ ਰਹੀਆਂ ਨੇ। ਬਹੁਤੀ ਦੇਰ ਟੱਕਰ 'ਚ ਨਹੀਂ ਰਿਹਾ ਜਾਂਦਾ ਹੁੰਦਾ ਗੌਰਮੈਂਟਾਂ ਤੋਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ। ਜਦੋਂ ਬੱਚਾ ਝੋਕਣ ਦੀ ਨੌਬਤ ਆ ਜੇ ਕਿ ਛੋਟਾ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਅੰਦੋਲਨ 'ਚ ਇਨਵੋਲਵ ਹੋ ਜਾਣ, ਲੋਕਾਂ ਦੇ ਚੁੱਲ੍ਹਿਆਂ ਤੱਕ
ਦਖਲ ਹੋ ਜਾਏ ਅੰਦੋਲਨ ਦਾ, ਤਾਂ ਇਹ ਅੰਦੋਲਨ ਨਾਰਮਲ ਅੰਦੋਲਨ ਨਹੀਂ ਹੈ, ਇਤਿਹਾਸਕ ਅੰਦੋਲਨ ਹੈ। ਇਹ ਮੇਰਾ ਖਿਆਲ ਹੈ ਗਲਤ ਫਹਿਮੀ ਜਿਹੜੀ ਬੀਜੇਪੀ ਦੇ ਆਗੂਆਂ ਨੂੰ ਹੋਈ ਹੈ, ਜਿਵੇਂ ਅਸੀਂ ਪੁਰਾਣੇ ਅੰਦੋਲਨਾਂ ਨੂੰ ਨਿਪਟਾਉਂਦੇ ਰਹੇ ਹਾਂ। ਪੁਰਾਣੇ ਅੰਦੋਲਨਾਂ ਤੇ ਇਸ 'ਚ ਬਹੁਤ ਵੱਡਾ ਫਰਕ ਹੈ। ਧੰਨਵਾਦ ਹਮੀਰ ਜੀ। ਦੋਸਤੋ, ਅੱਜ ਤੁਸੀਂ ਸੁਣੀ ਹਮੀਰ ਸਿੰਘ ਦੀ ਗੱਲਬਾਤ। ਸਾਨੂੰ ਅੱਜ ਤੋਂ ਮੀਟਿੰਗ 'ਚ ਆਸ ਰੱਖਣੀ ਚਾਹੀਦੀ ਕਿ ਕੁਝ ਤਾਂ ਸਕਾਰਾਤਮਕ ਆਵੇ, ਜਿਹਦੇ ਨਾਲ ਕਿਸਾਨਾਂ ਨੂੰ ਤੇ ਸਰਕਾਰ ਨੂੰ ਵਿੱਚ ਜਿਹੜਾ ਖੜੋਤ ਬਣੀ ਹੋਈ ਹੈ ਉਹ ਅੱਗੇ ਟੁੱਟ ਕੇ ਕੋਈ ਅੱਗੇ ਗੱਲ ਵਧੇ। ਧੰਨਵਾਦ।